ਅੱਜ ਦੇ ਪਹਿਲੇ ਸੈਸ਼ਨ ਦੇ ਵਾਸਤੇ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਨਿਮਿਤ। ਇਹ ਹੈਡਿੰਗ ਹੈ। ਇਸ ਦੇ ਵਿੱਚ 3 ਹਿੱਸੇ ਬਣ ਜਾਂਦੇ ਹਨ ਜਿਨ੍ਹਾਂ ਦੇ ਉੱਤੇ ਵਿਚਾਰ ਕਰਨੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨਿਮਿਤ ਕਿੰਨਾ ਕੁਝ ਹੋ ਚੁੱਕਿਆ ਹੈ, ਕਿੰਨਾ ਕੁਝ ਹੋ ਰਿਹਾ ਹੈ ਤੇ ਕੀ ਕੁਝ ਕਰਨ ਵਾਲਾ ਹੈ, ਤਾਂ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਛੇਤੀ ਤੋਂ ਛੇਤੀ ਦਰਸ਼ਨ ਦੇਣ ਔਰ ਸਾਡੇ ਜੀਆਂ ਦਾ ਕਲਿਆਣ ਕਰਨ। ਇਸ ਵਿਸ਼ੇ ਦੇ ਉੱਤੇ ਆਪ ਜੀ ਨੇ ਆਪਣੀਆਂ ਵਿਚਾਰਾਂ ਦੇਣੀਆਂ ਹਨ। ਹੁਣ ਇਸ ਪ੍ਰੋਗਰਾਮ ਦੀ ਸ਼ੁਰੂਆਤ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਕਰ ਰਿਹਾ ਹਾਂ। ਸੱਚੇ ਪਾਤਸ਼ਾਹ ਜੀ ਵੀ ਦਰਸ਼ਨ ਦੇਣ ਵਾਲੇ ਹਨ, ਕਿਉਂਕਿ ਬਾਹਰੋਂ ਸੰਗਤ ਬਹੁਤ ਆਈ ਸੀ। ਸਚਪਾਈ ਉਹਨਾਂ ਨੂੰ ਦਰਸ਼ਨ ਦੇ ਰਹੇ ਸਨ ਤੇ ਫਿਰ ਹੁਕਮ ਹੋਇਆ ਸੀ ਕਿ ਚੱਲ ਕੇ ਸ਼ੁਰੂ ਕਰ ਦਿਓ। ਤਾਂ ਇਹਨਾਂ ਵਿਸ਼ਿਆਂ ਦੇ ਉੱਤੇ, ਇਹਨਾਂ ਵਿਚਾਰਾਂ ਦੇ ਉੱਤੇ ਤੁਸੀਂ ਆਪਣੇ ਵਿਚਾਰ ਦੇਣੇ ਨੇ ਤੇ ਮੈਂ ਸ਼ੁਰੂਆਤ ਜਿਹੜੀ ਹੈ ਉਹ ਇੱਕ ਪਾਸਿਓਂ ਕਰ ਦਿੰਦਾ ਹਾਂ, ਤਾਂ ਜੋ ਵਕਤ ਦੇ ਮੁਤਾਬਕ ਥੋੜੇ ਟਾਈਮ ਦੇ ਅਨੁਸਾਰ ਇੱਥੇ ਹੀ ਖਲੋ ਕੇ ਤੁਸੀਂ ਆਪਣੀ ਵਿਚਾਰਾਂ ਜਿਹੜੀਆਂ ਨੇ ਉਹ ਦੇਣੀਆਂ ਹੈਗੀਆਂ ਨੇ। ਟਾਈਮ ਜਿਹੜਾ ਅਸੀਂ ਥੋੜਾ ਹੀ ਦੇ ਸਕਾਂਗੇ ਤਾਂ ਕਿ ਸਾਰਿਆਂ ਦੀ ਜਿਹੜੀ ਹੈ ਨਾ ਧਿਆਨ ਇਸ ਗੱਲ ਵੱਲ ਦੇਣ। ਸੂਬਾ ਸੇਵਾ ਸਿੰਘ ਜੀ ਜਮਨਾ ਨਗਰ ਤੋਂ ਉਹ ਕਿਰਪਾ ਕਰਨ। ਹੁਣ ਇਸ ਵੇਲੇ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੇ ਬਾਰੇ ਵੀ ਸਤਿਗੁਰਾਂ ਨੇ ਕਦੋਂ ਹੋਣਾ ਹੈ, ਉਹਨਾਂ ਦੇ ਬਾਰੇ ਕੀ ਕੁਝ ਅਸੀਂ ਕਰ ਰਹੇ ਹਾਂ, ਕੀ ਹੋ ਚੁੱਕਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਜਿਹੜਾ ਆਉਣ ਦਾ ਪ੍ਰੋਗਰਾਮ ਹੈ ਉਹ ਆਪ ਹੀ ਜਾਣਦੇ ਨੇ ਉਹਨਾਂ ਕਦੋਂ ਆਉਣਾ ਹੈ। ਅਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਗਏ ਅਤੇ ਰਾਏਪੁਰੀਏ ਦਰਬਾਰਾ ਸਿੰਘ ਜੀ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਏ ਅਤੇ ਸਤਿਗੁਰਾਂ ਨੇ ਆਖਿਆ ਮੈਂ ਆਵਾਂਗਾ, ਇਸੇ ਦੇਹ ਵਿੱਚ ਆਵਾਂਗਾ। ਮੇਰੇ ਥਾਂ 'ਤੇ ਬੁੱਧ ਸਿੰਘ ਨੂੰ ਜਾਣਨਾ, ਉਹ ਸਿੱਖੀ ਨੂੰ ਹਰੀ ਰੱਖਣਗੇ। ਮੇਰੇ ਧੱਕੇ ਨੂੰ ਬਖਸ਼ ਸਕਦੇ ਨੇ, ਉਹਦੇ ਧੱਕੇ ਨੂੰ ਮੈਂ ਨਹੀਂ ਬਖਸ਼ਾਂਗਾ। ਮੇਰੇ ਨਿਮਿਤ ਵੱਧ ਤੋਂ ਵੱਧ ਪਾਠ, ਅਖੰਡ ਪਾਠ ਇਹ ਕਰਨੇ, ਸਿਮਰਨ ਕਰਨਾ, ਵਰਨੀਆਂ ਕਰਨੀਆਂ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਜਦੋਂ ਕਿ ਨਾਮਧਾਰੀ ਪੰਥ ਉੱਤੇ ਬੜਾ ਤਸ਼ੱਦਦ ਕੀਤਾ ਜਾ ਰਿਹਾ ਸੀ, ਭੈਣੀ ਸਾਹਿਬ ਨੂੰ ਜੇਲ੍ਹ ਦੀ ਤਰ੍ਹਾਂ ਬਣਾਇਆ ਗਿਆ ਸੀ, ਉਸ ਸਮੇਂ ਵੀ ਸਤਿਗੁਰੂ ਰਾਮ ਸਿੰਘ ਦੀ ਯਾਦ ਵਿੱਚ ਸਭ ਤੋਂ ਪਹਿਲਾਂ ਅਖੰਡ ਪਾਠ ਸੱਚੇ ਪਾਤਸ਼ਾਹ ਜੀ ਨੇ ਅਖੰਡ ਪਾਠ ਦੀ ਪਰੰਪਰਾ ਚਲਾਈ ਸਤਿਗੁਰੂ ਰਾਮ ਸਿੰਘ ਦੇ ਦਰਸ਼ਨਾਂ ਨਿਮਿਤ। ਅਤੇ ਉਹਨਾਂ ਨੇ ਉਸ ਵੇਲੇ ਜਿਹੜੀ ਮਰਿਆਦਾ ਸੀ ਉਹ ਤੇਲ ਦੇ ਦੀਵੇ ਜਗਾ ਕੇ ਅਖੰਡ ਪਾਠ ਕੀਤਾ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸੂਚਨਾ ਮਿਲੀ, ਉਹਨਾਂ ਫਿਰ ਹੁਕਮ ਕੀਤਾ ਕਿ ਅਖੰਡ ਪਾਠ ਘਿਓ ਦੇ ਜੋਤਾਂ ਜਗਾ ਕੇ ਕਰਿਆ ਕਰੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਿਮਿਤ ਸਾਰੇ ਸਤਿਗੁਰੂ ਹਰੀ ਸਿੰਘ ਜੀ ਸਾਰੀ ਉਮਰ ਬਹੁਤ ਵੈਰਾਗੀ ਰਹੇ ਔਰ ਬਹੁਤ ਭਾਰੀ ਉਹਨਾਂ ਨੇ ਤਪੱਸਿਆ ਕੀਤੀ। ਇੱਕ ਮਾਲਾ ਉਹ ਰੋਜ਼ ਦੀਆਂ ਸਿਮਰਨ ਦੀਆਂ ਕਰਦੇ, ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਨੇਤਰ ਵੀ ਗਵਾ ਲਏ। ਅਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਯਾਦ ਵਿੱਚ ਫਿਰ ਲੱਖਾਂ ਪਾਠ, ਮੈਂ ਭੁੱਲਦਾ ਨਾ ਹੋਵਾਂ, ਅਤੇ 4.25 ਲੱਖ ਪਾਠ ਕਰਕੇ ਉਹਨਾਂ ਨੇ ਸਤਿਗੁਰਾਂ ਦੀ ਯਾਦ ਵਿੱਚ ਭੋਗ ਪਵਾਏ। ਹੋਰ ਅਖੰਡ ਪਾਠ, ਵਰਨੀਆਂ, ਭਜਨ ਬੰਦਗੀ ਉਹ ਸਾਰੀ ਉਮਰ ਸਾਰੀ ਸੱਚੇ ਪਾਤਸ਼ਾਹ ਸਾਰਾ ਸਮਾਂ ਕਰਦੇ ਰਹੇ। ਹੁਣ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਿਗੁਰਾਂ ਦੀ ਯਾਦ ਵਿੱਚ ਮੈਂ ਭੁੱਲਦਾ ਨਾ ਹੋਵਾਂ ਅਤੇ 1.25 ਲੱਖ ਪਾਠਾਂ ਦਾ ਇੱਕ ਵਾਰੀ ਭੋਗ ਪੈ ਚੁੱਕਾ ਹੈ ਅਤੇ ਦੂਸਰਾ ਫਿਰ ਪੈਣ ਵਾਲਾ 1.25 ਲੱਖ ਪਾਠਾਂ ਦਾ। ਉਹਨਾਂ ਦੇ ਨਿਮਿਤ ਥਾਂ 'ਤੇ ਵਰਨੀਆਂ ਨਾ ਸ਼ਾਇਦ ਨਾ ਮੈਂ ਭੁੱਲਦਾ ਹੋਵਾਂ ਅਤੇ 13 ਥਾਂ 'ਤੇ ਜਾਂ ਹੋਰ ਵੀ ਵਾਧੂ ਹੋਏ ਥਾਂ 'ਤੇ ਮੈਂ ਕਹਿ ਨਹੀਂ ਸਕਦਾ, ਉਹਨਾਂ ਦੀ ਯਾਦ ਵਿੱਚ ਵਰਨੀਆਂ ਹੋ ਰਹੀਆਂ ਨੇ। ਅਤੇ ਹਰ ਅਰਦਾਸ ਵਿੱਚ ਉਹਨਾਂ ਦੀ ਉਡੀਕ ਵਿੱਚ ਤਰਲਾ ਲਿਆ ਜਾਂਦਾ ਹੈ, ਕਿਰਪਾ ਕਰਕੇ ਦਰਸ਼ਨ ਦੇ ਕੇ ਅਤੇ ਬਖਸ਼ਿਸ਼ ਕਰੋ ਕਿ ਇਸ ਸੰਸਾਰ ਵਿੱਚ ਸਰਦੇ ਸੰਸਾਰ ਨੂੰ ਠੰਡ ਪਾਓ। ਅਤੇ ਇੱਕ ਮੈਂ ਹੋਰ ਅਰਜ਼ ਕਰ ਦੇਣੀ ਚਾਹੁੰਦਾ, ਅੱਬਲ ਤੇ ਮੈਂ ਇੱਥੇ ਹੁਣ ਸਮਾਪਤੀ ਕਰਨਾ, ਅਗਲੇ ਪ੍ਰੋਗਰਾਮ ਵਿੱਚ ਅਰਜ਼ ਕਰਾਂਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨਿਮਿਤ ਹੀ ਹੁੰਦਾ ਸੀ। ਹੁਣ ਦੀ ਅਰਦਾਸ ਵੀ ਸਾਡੀ ਇਹੀ ਹੁੰਦੀ ਆ, ਜੋ ਵੀ ਅਸੀਂ ਕਰੀਏ, ਨਿਤਨੇਮ ਕਰੀਏ, ਕੀਰਤਨ ਕਰੀਏ, ਉਹ ਤੋਂ ਬਾਅਦ ਸਾਡੀ ਅਰਦਾਸ ਜਿਹਦੇ ਵਿੱਚ ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇ ਕਰਕੇ ਲੋੜਦੇ ਹਾਂ, ਬੜੇ ਨਿਮਾਣੇ ਹੋ ਕੇ ਲੋੜਦੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਬਰਾਗਮਈ ਜੀਵਨ ਧਾਰਿਆ, ਹਰ ਵਕਤ ਸਤਿਗੁਰਾਂ ਦੀ ਯਾਦ ਰੱਖੀ, ਕੋਈ ਛਿਣ ਵੀ ਵਿਸਰਨ ਨਹੀਂ ਦਿੱਤਾ। ਉਹਨਾਂ ਦੇ ਨਾਲ ਹੁੰਦੇ ਹੋਏ ਅਨੇਕਾਂ ਸੂਬੇ, ਅਨੇਕਾਂ ਜਥੇਦਾਰ ਅਤੇ ਅਨੇਕਾਂ ਹੀ ਸਿੱਖ ਜਿਹੜੇ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਆਪਣੇ ਹੰਝੂ ਵੀ ਕੇਰਦੇ ਰਹੇ ਅਤੇ ਸਤਿਗੁਰਾਂ ਦੇ ਨਿਮਿਤ ਬਾਣੀ ਪੜ੍ਹਦੇ ਰਹੇ। ਉਹਨੇ ਜੋ ਕੁਛ ਵੀ ਕੀਤਾ ਸਤਿਗੁਰਾਂ ਦੀ ਨਿਮਿਤ, ਕਈ ਤਾਂ ਪੀਲੇ ਹੋ ਗਏ, ਸਰਦ ਹੋ ਗਏ, ਕਈ ਵਿਚਾਰੇ ਸਰੀਰ ਛੱਡ ਗਏ। ਉਹਨਾਂ ਨੇ ਸਤਿਗੁਰਾਂ ਦੀ ਯਾਦ ਦੇ ਵਿੱਚ ਪੁੰਜੇ ਸੌਣਾ ਕੁਰਬਾਨ ਕੀਤਾ। ਇੱਕ ਸਿੱਖ ਬਣਾ ਲਈ ਦਿਲ ਦੇ ਵਿੱਚ ਕਿ ਜਦ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਹੁੰਦੇ ਅਸੀਂ ਪੁੰਜੇ ਸੌਵਾਂਗੇ, ਭਾਂਡਿਆਂ ਵਿੱਚ ਨਹੀਂ ਖਾਵਾਂਗੇ। ਇਸ ਤਰ੍ਹਾਂ ਦੀਆਂ ਕਈ ਅਨੇਕ ਤਰਲੇ ਸਤਿਗੁਰਾਂ ਅੱਗੇ ਕੀਤੇ। ਉਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ
ਤਾਂ ਬਾਣੀ, ਭਜਨ ਬਾਣੀ, ਵਰਨੀਆਂ, ਅਖੰਡ ਪਾਠ ਬਹੁਤ ਵੱਡਾ ਪ੍ਰਵਾਹ ਚਲਾਇਆ, ਜਿਹਦੇ ਵਿੱਚ ਹਰ ਅਰਦਾਸ ਦੇ ਵਿੱਚ ਸਤਿਗੁਰਾਂ ਲਈ ਤਰਲਾ ਹੁੰਦਾ ਸੀ। ਸਤਿਗੁਰ ਸੱਚੇ ਪਾਤਸ਼ਾਹ ਤਾਂ ਇਸ ਤਰ੍ਹਾਂ ਕਹਿੰਦੇ ਹੁੰਦੇ ਸਨ, ਸੁਣਿਆ ਉਹਨਾਂ ਦੇ ਮੁਖ ਤੋਂ ਬਚਨ, ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਭਾਣਾ ਯਾਦ ਨਹੀਂ ਕਰਦਾ, ਉਹ ਨਾਮਧਾਰੀਆ ਸਿੱਖ ਅਖਵਾਉਣ ਦੇ ਕਾਬਿਲ ਹੀ ਨਹੀਂ। ਹੁਣ ਦਾ ਜਿਹੜਾ ਸਮਾਂ ਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਵਰਨੀਆਂ ਦੇ ਵਿੱਚ ਵਾਧਾ ਕਰ ਦਿੱਤਾ। ਹੁਣੇ ਇਹਨਾਂ ਨੇ ਦੱਸਿਆ ਕਿ 13 ਥਾਂ ਤੇ ਵਰਨੀਆਂ ਚੱਲ ਰਹੀਆਂ, ਉਸ 15 ਥਾਂ ਤੇ ਵਰਨੀਆਂ ਚੱਲ ਰਹੀਆਂ। ਉਹ ਸਾਰੀਆਂ ਵਰਨੀਆਂ ਜਿਹੜੀਆਂ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨਿਮਿਤ ਹਨ, ਹੋਰ ਉਹਦੇ ਵਿੱਚ ਕੋਈ ਅਰਦਾਸ ਨਹੀਂ ਕੀਤੀ ਜਾਂਦੀ। ਇਸ ਤੋਂ ਬਾਅਦ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਜੇ 1.25 ਲੱਖ ਪਾਠਾਂ ਦਾ ਆਰੰਭ ਕੀਤਾ ਹੋਇਆ ਹੈ, ਜਿਹੜੇ ਅਜੇ ਭੋਗ ਪੈਣੇ ਹਨ। ਇਹ ਤੋਂ ਪਹਿਲਾਂ ਵੀ ਸੁਣਿਆ ਹੈ ਕਿ 1.25 ਲੱਖ ਪਾਠ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤੇ ਹਨ। 1974 ਦੇ ਵਿੱਚ ਉਹਨਾਂ ਦਾ ਭੋਗ ਪੈ ਗਿਆ, ਸਾਰੀ ਸਾਧ ਸੰਗਤ ਜਾਣਦੀ ਹੋਏਗੀ। ਪਰ ਜੋ ਕੁਝ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੁਖ ਤੋਂ ਸੁਣਿਆ ਉਹਨਾਂ ਦੇ, ਕਿ ਹੁਣ ਸਮਾਂ ਬਹੁਤਾ ਨਹੀਂ, ਤੁਸੀਂ ਕਿਰਪਾ ਕਰੋ ਜਿੰਨੀ ਭਜਨ ਬਾਣੀ ਵੱਧ ਤੋਂ ਵੱਧ ਹੋ ਸਕੇ ਉਨੀ ਕਰੋ। ਭੈਣੀ ਸਾਹਿਬ ਦੇ ਵਿੱਚ ਭਜਨ ਬੰਦਗੀ ਦਾ ਕਾਫੀ ਪ੍ਰਵਾਹ ਅੱਗੇ ਨਾਲੋਂ ਤੇਜ਼ ਕਰ ਦਿੱਤਾ ਗਿਆ। ਸਤਿਗੁਰੂ ਆਪ ਕਿਰਪਾ ਕਰਦੇ ਨੇ, 1 ਵਜੇ ਜਾ ਕੇ ਪੁੱਛਦੇ ਨੇ। ਮੈਂ ਜਾਪੁਰ ਯੋਗ ਦੇ ਵਿੱਚ ਆਇਆ ਸਾਂ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਫੂਲੇ ਦੇ ਵਿੱਚ, ਜਾਪੁਰ ਯੋਗ ਫੂਲੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਾਪੁਰ ਯੋਗ ਦੇ ਵਿੱਚ ਆ ਕੇ ਬੱਚਿਆਂ ਨੂੰ 2 ਵਜੇ ਤੋਂ ਲੈ ਕੇ 2:30 ਵਜੇ ਦੇ ਦਰਮਿਆਨ ਆ ਕੇ ਦਰਸ਼ਨ ਦਿੰਦੇ ਸਨ। ਤੇ ਮੈਨੂੰ ਵੀ ਸਤਿਗੁਰਾਂ ਦੀ ਕਿਰਪਾ ਨਾਲ 2-3 ਵਜੇ ਦਰਸ਼ਨ ਹੋਏ। ਉਹ ਸਾਰਾ ਜੋ ਕੁਛ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਕਰ ਰਹੇ ਹੋ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨਿਮਿਤ ਹਨ। ਤੇ ਸਾਡਾ ਵੀ ਬਹੁਤਾ ਫਰਜ਼ ਇਹੀ ਚਾਹੀਦਾ ਕਿ ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਰਸ਼ਨ ਨਿਮਿਤ ਜੋ ਵੀ ਕਰ ਸਕੀਏ ਉਹਨਾਂ ਕਰੀਏ, ਤੇ ਅਰਦਾਸ ਇਹੀ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਜਲਦੀ ਹੋਣ ਤੇ ਇਹਨਾਂ ਸਤਿਗੁਰਾਂ ਦਾ ਆਸਰਾ ਹੱਥ ਸਾਡੇ ਸਿਰ ਤੇ ਰਹੇ। ਸਤਿ ਸ੍ਰੀ ਅਕਾਲ। ਇਹ ਦੱਸਣ 'ਚ ਕੋਈ ਚੀਜ਼ ਨਹੀਂ ਹੈਗੀ ਕਿ ਸਾਡੇ ਵਿੱਚ ਸੂਬੇ ਸਾਹਿਬਾਨ ਜਿਹੜੇ ਸੱਚੇ ਪਾਤਸ਼ਾਹ ਦੀ ਹੁਣ ਕਿਰਪਾ ਕੀਤੀ ਹੈਗੀ ਹੈ, ਇਸ ਸਮੇਂ ਦੇ ਵਿੱਚ ਉਹਨਾਂ ਨੂੰ ਨਵਿਆਂ ਨੂੰ ਥਾਪਿਆ ਹੈ। ਝਿਜਕ ਉਹਨਾਂ ਵਾਸਤੇ ਜ਼ਰੂਰੀ ਗੱਲ ਹੈ ਕਿ ਝਿਜਕ ਬਹੁਤ ਹੋਏਗੀ, ਕਿਉਂਕਿ ਸਟੇਜ ਉੱਤੇ ਉਹ ਕਦੀ ਆਏ ਨਹੀਂ, ਸਟੇਜ ਉੱਤੇ ਕਦੀ ਉਹਨਾਂ ਨੇ ਬੋਲਿਆ ਨਹੀਂ ਹੈਗਾ। ਪਰ ਫਿਰ ਵੀ ਇਹੀ ਇੱਕ ਪਲੇਟਫਾਰਮ ਹੈ ਜਿੱਥੇ ਅਸੀਂ ਆਪਸ ਵਿੱਚ ਹੀ ਸਾਰੇ ਬੈਠੇ ਹਾਂ, ਔਰ ਸਾਰਾ ਆਪਣਾ ਹੀ ਪਰਿਵਾਰ ਹੈ। ਇੱਥੇ ਬਹੁਤੀ ਝਿਜਕ ਕਰਕੇ ਅਸੀਂ ਆਪਣੇ ਆਪ ਨੂੰ ਨਾ ਇਸ ਤਰ੍ਹਾਂ ਪਿੱਛੇ ਰੱਖੀਏ, ਤੇ ਇਸ ਪਲੇਟਫਾਰਮ ਤੋਂ ਥੋੜਾ ਬੋਲਣਾ ਸ਼ੁਰੂ ਕਰ ਦਈਏ, ਚਾਹੇ 2 ਸ਼ਬਦ ਚਾਹੇ 4 ਸ਼ਬਦ, ਤਾਂ ਉਸ ਤੋਂ ਅੱਗੇ ਚੱਲਦੇ ਫਿਰ ਵੱਡੀ ਸਟੇਜਾਂ ਦੇ ਉੱਤੇ ਬੋਲਣਾ ਸ਼ੁਰੂ ਕਰਾਂਗੇ। ਤੇ ਇਹ ਇੱਕ ਮੌਕਾ ਹੁੰਦਾ, ਸਮਾਂ ਹੁੰਦਾ ਹੈ ਜਿਹਦੇ ਉੱਤੇ ਅਸੀਂ ਆ ਕੇ ਨਾ ਆਪਣੇ ਆਪ ਨੂੰ ਕਾਮਯਾਬ ਕਰ ਸਕਦੇ ਹੈਗੇ। ਤਾਂ ਇਹ ਇੱਕ ਜਾਚ ਸਿਖਾਉਣ ਵਾਸਤੇ ਸਮਾਗਮ ਜਿਹੜਾ ਇਹ ਰੱਖਿਆ ਗਿਆ ਕਿ ਕਿਵੇਂ ਸੂਬੇ ਸਾਹਿਬਾਨ ਜਾਂ ਨਵੇਂ ਜਥੇਦਾਰ ਉੱਠੇ ਜਿਹੜੇ ਨੇ ਉਹਨਾਂ ਨੂੰ ਕਿਵੇਂ ਬੋਲਣਾ ਚਾਹੀਦਾ, ਕੀ ਕੁਛ ਉਹਨਾਂ ਬਾਰੇ ਜਿਹੜਾ ਹੋਵੇ। ਇਸ ਸੰਦਰਭ ਦੇ ਵਿੱਚ ਮੈਂ ਬੇਨਤੀ ਕਰਾਂਗਾ ਨਵੇਂ ਬਣੇ ਸੂਬੇ ਸਾਹਿਬਾਨ ਅੱਗੇ ਕਿ ਉਹ ਆ ਕੇ ਸਤਿਗੁਰੂ ਰਾਮ ਸਿੰਘ ਦਰਸ਼ਨ ਵਿੱਚ ਥੋੜੇ ਸ਼ਬਦ 2-2 4-4 ਜ਼ਰੂਰੀ ਡਿਟੇਲ 'ਚ ਦੱਸਣਾ, 2-2 4-4 ਸ਼ਬਦ ਹੀ ਆ ਕੇ ਬੈਠ ਜਾਣ ਤਾਂ ਜੋ ਉਹਨਾਂ ਨੂੰ ਜਾਣਕਾਰੀ ਹੋ ਸਕੇ ਔਰ ਉਹਨਾਂ ਦਾ ਝਾਕਾ ਖੁੱਲ ਸਕੇ। ਸਤਿਗੁਰੂ ਜੀ ਦੀ ਨਿਵਾਜੀ ਸਾਧ ਸੰਗਤ ਜੀ, ਅਰਜ਼ਿਆ ਵੀ ਸਭ ਨਾਲ ਪਹਿਲੇ ਇਹ ਝਾਕਾ, ਇਹ ਝਿਜਕ ਨੂੰ ਤੋੜਨ ਵਾਸਤੇ ਮੈਂ ਸਟੇਜ ਉੱਤੇ ਆਇਆ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਅਜੇ ਸਾਹਮਣੇ ਨਹੀਂ ਹੈਗੇ, ਜਿਹਦੇ ਕਰਕੇ ਮੈਨੂੰ ਥੋੜਾ ਜਿਹਾ ਕੁਝ ਹੌਸਲਾ ਹੈ, ਕਿਉਂਕਿ ਉਹਨਾਂ ਦੇ ਰੂਬਰੂ ਮੇਰੀ ਹਿੰਮਤ ਹੋ ਸਕਦਾ ਨਾ ਪਵੇ ਬੋਲਣ ਦੀ। ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਦੇ ਨਿਮਿਤ, ਦਰਸ਼ਨਾਂ ਦੇ ਨਿਮਿਤ ਪਾਠਾਂ ਦਾ ਜਿਹੜਾ 1.25 ਲੱਖ ਪਾਠਾਂ ਦਾ ਭੋਗ ਪੈਣਾ ਹੈ ਕੁਛ ਦਿਨਾਂ ਤੱਕ। ਤੇ ਮੇਰੀ ਇਹੋ ਹੀ ਆਪਣੇ ਵੱਲੋਂ ਜਿਹੜੀ ਸਾਧ ਸੰਗਤ ਦੇ ਚਰਨਾਂ 'ਚ ਅਰਜ਼ ਹੈ, ਜਾਂ ਜਿਹੜਾ ਪਾਠਾਂ ਦਾ ਪ੍ਰਬੰਧਕ ਹੈ ਉਹਨਾਂ ਦੇ ਚਰਨਾਂ 'ਚ ਅਰਜ਼ ਹੈ ਵੀ ਜਿੰਨੇ ਵੀ ਪਾਠ ਨੇ, ਜਿੰਨੇ ਕਿ ਮੈਂ ਆਪਣੇ ਵੱਲੋਂ ਕਰ ਸਕਣਾ, ਮੈਂ ਆਪਣੇ ਉੱਤੇ ਲੈਣਾ। ਸਤਿ ਸ੍ਰੀ ਅਕਾਲ ਜੀ। ਹੁਕਮ ਹੋਇਆ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਵਿੱਚ ਕੁਝ ਕਹਿਣ ਲਈ, ਤੇ ਬੇਨਤੀ ਕਰਾਂਗਾ ਇਸ ਤਰ੍ਹਾਂ ਵੀ ਸਭ ਤੋਂ ਪਹਿਲਾਂ ਤੇ ਅਸੀਂ ਹੈਗੇ ਬਿਲਕੁਲ ਨਵੇਂ ਤੇ ਸਾਨੂੰ ਕੁਛ ਨਾ ਕੁਛ ਟਾਈਮ ਦੇਣਾ ਚਾਹੀਦਾ ਵੀ ਇਸ ਅਸੀਂ ਤਿਆਰੀ ਕਰ ਸਕੀਏ। ਖੈਰ ਟਾਈਮ ਤਾਂ ਨਹੀਂ ਮਿਲਿਆ, ਫਿਰ ਵੀ ਜੋ ਜਿੰਨੀ ਕੁ ਅਕਲ ਹੈਗੀ ਮੈਂ ਉਨੀ ਬਿਆਨ ਕਰਦਾ। ਤੇ ਸਾਨੂੰ ਅਸੀਂ ਚਾਹੀਦਾ ਇਸ ਤਰ੍ਹਾਂ ਵੀ ਸਾਡਾ ਜੋ ਵੀ ਕੰਮ ਹੋਵੇ, ਸਵੇਰੇ ਅੰਮ੍ਰਿਤ ਵੇਲੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਤੇ ਮੇਰਾ ਇਹ ਵੀ ਖਿਆਲ ਹੈ ਵੀ ਰਾਤੀ ਸੁੱਤੇ ਪਿਆ ਵੀ ਇਹ ਵਿਚਾਰ ਹੋਣੇ ਚਾਹੀਦੇ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਹੋਣ, कि साध संगत जे खलो के दर्शन कर सकां। अगर कोई गलती हो तो माफ़ करना। तो सच्चे पातशाह जी दर्शन के निमित्त हज़ारां ही लखां ही पाठ हो चुके हैं। तो सच्चे पातशाह जी कदों दर्शन देंगे ये बारे तो कुछ कहा नहीं जा सकता। तो फिर भी सानू दिन रात उन्होंने याद बितानी चाहिए है। तो सच्चे पातशाह की अगे भी यही अर्ज करनी चाहिए है कि जिस तरह वो दर्शन देंगे वही उस पाठ में शुरू किया जाए। कोई बरनी या हवा जिस तो सच्चे पातशाह खुश हो सकते हैं वो काम किए जान ताकि सच्चे पातशाह की छेती तो छेती दर्शन देने की कृपा करन।
ਮੈਂ ਸੂਬਾ ਗੁਰਮੁਖ ਸਿੰਘ ਆਪ ਜੀ ਦੇ ਸੂਬਿਆਂ 'ਚ ਸਾਰਿਆਂ ਨਾਲੋਂ ਘੱਟ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਥਾਪਿਆ ਹੈ। ਮੈਂ ਜ਼ਿਆਦਾ ਨਾ ਕੁਝ ਕਹਿੰਦੇ ਹੋਏ ਇਹੀ ਕਹਾਂਗਾ ਕਿ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਦੀ ਯਾਦ ਵਿੱਚ ਬੜੇ ਪਾਠ ਹੋਏ ਹਨ। ਸਾਰਿਆਂ ਨੂੰ ਉਮੀਦ ਬਲ ਇਹ ਜ਼ਰੂਰ ਪੂਰੀ ਹੋਏਗੀ ਤੇ ਸੱਚੇ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇਣਗੇ। ਇਸੇ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇ ਨਿਮਿਤ ਮੈਂ ਕੁਝ ਆਖਾਂ। ਅਰਜ਼ ਇਹ ਹੈ, ਪਿੱਛੋਂ ਤੋਂ ਲੈ ਕੇ ਅੱਜ ਤੱਕ ਆਪਣੇ ਜੀਵਨ ਦੇ ਵਿੱਚ ਜੋ ਕੁਝ ਵੀ ਦੇਖਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਬੇਲਿਆਂ ਤੋਂ ਲੈ ਕੇ ਵਰਤਮਾਨ ਸਤਿਗੁਰੂ ਜੀ ਦੇ ਸਮੇਂ ਤੱਕ ਲੱਖਾਂ ਹੀ ਪਾਠ ਹੋਏ ਹਨ। ਵਰਨੀਆਂ ਹੋਈਆਂ, ਹੋ ਵੀ ਗਈਆਂ ਤੇ ਹੋ ਵੀ ਰਹੀਆਂ ਹੈ, ਹਮਨ ਹੋਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਤਾਲੇ ਪਾਏ ਜਾ ਰਹੇ, ਕਿਸੇ ਤਰ੍ਹਾਂ ਸਾਨੂੰ ਦਰਸ਼ਨ ਹੋ ਸਕਣ। ਵਰਨੀਆਂ ਦੀ ਝੜੀ ਲੱਗ ਜਾਣੀ ਚਾਹੀਦੀ ਹੈ। ਸਾਨੂੰ ਵੀ ਇਸ ਪ੍ਰਥਾਏ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਗ੍ਹਾ ਜਗ੍ਹਾ ਵਰਨੀਆਂ ਹੋਣ, ਨਾਮ ਸਿਮਰਨ ਹੋਵੇ, ਜਿਸ ਦੇ ਨਾਲ ਕਿ ਅਸੀਂ ਜਲਦੀ ਤੋਂ ਜਲਦੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਪ੍ਰਾਪਤ ਕਰ ਸਕੀਏ।